ਆਵਾਜ਼ ਸੁਣਾ, ਕੰਮ ਦਾ ਕੀ ਹਾਲ ਹੈ ਤੇਰਾ? ਸ਼ੁਕਰ ਅਲਹਮਦੁਲਿਲਾ ਬਿਹਤਰ ਅਮੀਰ ਭਾਈ ਪਹਿਲੇ ਨਾਲੋਂ। ਅੱਛਾ, ਹੁਣ ਯਾਨੀ ਕਾਰੋਬਾਰ ਸੈੱਟ ਹੈ ਨਾ ਮਾਸ਼ਾਅੱਲਾ? ਹਾਂਜੀ ਹਾਂਜੀ ਮਾਸ਼ਾਅੱਲਾ, ਅੱਲਾਹ ਪਾਕ ਦਾ ਢੇਰਾ ਸ਼ੁਕਰ ਹੈ ਜੀ ਹੁਣ ਤੇ ਕਾਰੋਬਾਰ ਤੇ ਦਾ। ਬੱਚੇ ਵੀ ਸਕੂਲ ਜਾ ਰਹੇ ਹੁਣ? ਹਾਂ ਮਾਸ਼ਾਅੱਲਾ, ਬੱਚੇ ਸਕੂਲ ਜਾਣ ਲੱਗ ਗਏ। ਅੱਜ ਕੱਲ੍ਹ ਤੇ ਤੁਹਾਨੂੰ ਪਤਾ ਛੁੱਟੀਆਂ ਚੱਲ ਰਹੀਆਂ ਵਾ ਤੇ ਇਸ ਕਰਕੇ ਘਰ ਹੀ ਆ, ਟਿਊਸ਼ਨ ਜਾਂਦੇ ਆ ਮਾਸ਼ਾਅੱਲਾ। ਅੱਛਾ, ਤੇ ਭਰਜਾਈ ਨੇ ਸਿਲਾਈ ਕਰ ਰਹੀ ਹੈ ਕਿ ਛੱਡਤੀ ਹੈ? ਨਹੀਂ, ਹੁਣ ਸਿਲਾਈ ਕਾਹਤੋਂ ਕਰਨੀ, ਅੱਗੇ ਤੇ ਮੇਰੇ ਮਾਮਲਾਤ ਖਰਾਬ ਸੀਗੇ ਤਾਂ ਕਰਕੇ ਤੁਸੀਂ ਹੈਲਪ ਕੀਤੀ, ਮੈਨੂੰ ਇੱਕ ਕੰਧਾ ਦਿੱਤਾ, ਅੱਲਾਹ ਪਾਕ ਨੇ ਸੁਣ ਲਈ ਗਾਂ, ਅੱਲਾਹ ਦਾ ਸ਼ੁਕਰ ਆ, ਕੰਮ ਠੀਕ ਹੈਗਾ ਵਾ ਸ਼ਾਮੀਰ ਅੱਛਾ। ਭਾਈ। ਇਹ ਦੇਖ ਲੈ ਕਿ ਵਕਤ ਸਦਾ ਨਹੀਂ ਇੱਕ ਜਿਹਾ ਰਹਿੰਦਾ, ਲੇਕਿਨ ਕੋਈ ਕੰਮ ਆਵੇ ਨਾ ਤੇ ਉਹਨੂੰ ਯਾਦ ਰੱਖੀਦਾ ਹੁੰਦਾ। ਬਿਲਕੁਲ, ਤੁਸੀਂ ਮੇਰੇ ਮੌਸਨ ਆ ਸ਼ਾਮੀਰ ਭਾਈ, ਤੁਸੀਂ ਮੇਰੇ ਮੌਸਨ ਆ, ਇਨਸ਼ਾਅੱਲਾ ਤੁਸੀਂ ਹਮੇਸ਼ਾ ਮੇਰੇ ਦਿਲ 'ਚ ਵਸਦੇ ਹੋ, ਐਸੀ ਗੱਲ ਕੋਈ ਨਹੀਂ ਹੈਗੀ। ਤੈਨੂੰ ਯਾਦ ਆ ਇੱਕ ਟਾਈਮ ਸੀ ਤੇਰੇ ਕੋਲ ਟਕਾ ਨਹੀਂ ਸੀ ਹੁੰਦਾ ਤੇ ਤੂੰ ਮੇਰੇ ਕੋਲ ਰੋਂਦਾ ਰੋਂਦਾ ਮੇਰੇ ਘਰ ਆਇਆ ਸੀ, ਯਾਦ ਆ ਉਹ ਵਕਤ? ਬਿਲਕੁਲ ਮੈਨੂੰ ਵਕਤ ਯਾਦ ਆ, ਮੈਂ ਅੱਜ ਵੀ ਜਦੋਂ ਇਹ ਵਕਤ ਸੋਚਦਾ ਮੇਰੀਆਂ ਅੱਖਾਂ ਅੱਗੇ ਮੰਜ਼ਰ ਆ ਜਾਂਦਾ ਤੁਹਾਡਾ ਕਿ ਇਹ ਮੇਰੇ ਹਾਲਾਤ ਸੀ ਤੇ ਤੁਸੀਂ ਮੇਰੀ ਹੈਲਪ ਕੀਤੀ ਸੀ। ਲੇਕਿਨ ਮੈਨੂੰ ਕਦੀ ਕਦੀ ਲੱਗਦਾ ਕਿ ਤੂੰ ਭੁੱਲ ਗਿਆ ਵਾ। ਨਹੀਂ ਭਾਜੀ, ਇਦਾਂ ਕਿਉਂ ਲੱਗਦਾ, ਮੈਂ ਤੁਹਾਨੂੰ ਕਾਹਤੋਂ ਭੁੱਲਣਾ ਵਾ? ਉਹ ਵਕਤ ਯਾਦ ਕਰ ਜਦੋਂ ਤੇਰੇ ਕੋਲ ਕੋਈ ਸ਼ੈ ਨਹੀਂ ਸੀ ਹੁੰਦੀ, ਮੈਂ ਤੈਨੂੰ ਕਾਰੋਬਾਰ ਵੀ ਕਰਾਇਆ, ਤੇਰੇ ਬੱਚਿਆਂ ਨੂੰ ਸਕੂਲ ਵੀ ਦਾਖਲ ਕਰਾਇਆ, ਹਰ ਤੇਰੇ ਮਾਮਲਾ 'ਚ ਤੇਰੇ ਕੋਲ ਕਿਰਾਇਆ ਦੇਣ ਜੋਗਾ ਨਹੀਂ ਸੀ ਹੈ, ਯਾਦ ਆ ਉਹ ਵਕਤ? ਬਿਲਕੁਲ ਮੈਨੂੰ ਉਹ ਵਕਤ ਯਾਦ ਆ, ਤੁਹਾਡਾ ਮੇਰੇ ਤੇ ਅਹਿਸਾਨ ਆ ਸ਼ਾਮੀਰ ਭਾਈ, ਇਨਸ਼ਾਅੱਲਾ ਨਹੀਂ ਸਾਰੀ ਜ਼ਿੰਦਗੀ ਭੁੱਲਾਂਗਾ। ਤੇ ਇੱਕ ਹੋਰ ਗੱਲ ਆ, ਅੱਲਾਹ ਪਾਕ ਨੇ ਮੌਕਾ ਦਿੱਤਾ, ਮੈਂ ਅਹਿਸਾਨ ਜ਼ਰੂਰ ਉਤਾਰਾਂਗਾ। ਮੈਨੂੰ ਲੱਗਦਾ ਨਹੀਂ, ਵੈਸੇ ਤੇਰੇ ਵਰਗੇ ਬੰਦੇ ਜਿਹੜੇ ਨਾ, ਮੈਨੂੰ ਲੱਗਦਾ ਨਹੀਂ ਕਿ ਔਖੇ ਵੇਲੇ ਜਦੋਂ ਉਹ ਲੰਘ ਜਾਂਦਾ ਨਾ ਤੇ ਭੁੱਲ ਜਾਂਦੇ ਨੇ। ਨਹੀਂ ਸ਼ਾਮੀਰ ਭਾਈ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਕਿਉਂ ਇਦਾਂ ਦੀਆਂ ਮਾਯੂਸੀ ਵਾਲੀਆਂ ਗੱਲਾਂ ਕਰਦੇ ਪਏ ਹੋ, ਪਹਿਲੇ ਮੈਨੂੰ ਇਹ ਦੱਸੋ। ਯਾਰ ਮੈਨੂੰ ਨਹੀਂ ਲੱਗਦਾ ਹੈਗਾ, ਵੈਸੇ ਨਹੀਂ, ਜਦੋਂ ਵੀ ਤੇਰੇ ਲਈ ਹੁਣ ਹਾਲਾਤ ਅੱਲਾਹ ਤਾਲਾ ਨੇ ਤੇਰੇ ਚੰਗੇ ਕਰਤੇ ਨੇ, ਕਦੀ ਤੂੰ ਮੈਨੂੰ ਫੋਨ ਕਰਕੇ ਕਦੀ ਯਾਦ ਕੀਤਾ? ਅੱਜ ਵੀ ਮੈਂ ਤੈਨੂੰ ਫੋਨ ਕਰਕੇ ਬੁਲਾਇਆ। ਸ਼ਾਮੀਰ ਭਾਈ ਤੁਹਾਡੀ ਗੱਲ ਠੀਕ ਆ, ਲੇਕਿਨ ਮੈਂ ਕੰਮਾਂ ਕਾਰਾਂ 'ਚ ਇੰਨਾ ਕੁ ਮਸਰੂਫ ਹੋ ਗਿਆ ਸੀਗਾ ਕਿ ਮੇਰੇ ਨਹੀਂ ਜ਼ਿਹਨ 'ਚ ਰਿਹਾ, ਤੁਸੀਂ ਫੋਨ ਕੀਤਾ ਮੈਂ ਉਸੇ ਵੇਲੇ ਆ ਨਹੀਂ ਗਿਆ। ਮਤਲਬ ਤੇਰਾ ਕਿ ਤੂੰ ਭੁੱਲ ਗਿਆ ਵਾ? ਸ਼ਾਮੀਰ ਭਾਈ ਦੇਖੋ, ਕੋ 5-6 ਮਹੀਨੇ ਲੱਗੇ ਆ, ਹਾਲਾਤ ਠੀਕ ਹੋ ਗਏ, ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਤਾਂ ਦਿੱਤੇ ਆ ਯਾਰ। ਤੂੰ ਹੁਣ ਮੈਨੂੰ ਸਮਝਾਏਗਾ? ਉਹ ਵਕਤ ਭੁੱਲ ਗਿਆ ਜਦੋਂ ਤੇਰੇ ਘਰ ਨਾ ਰੋਟੀ ਸੀ, ਨਾ ਆਟਾ ਸੀ, ਨਾ ਦਾਣਾ, ਕੋਈ ਸ਼ੈ ਨਹੀਂ ਸੀ, ਗੰਦਮ ਦਾ ਤੇਰੇ ਇੱਕ ਦਾਣਾ ਤੱਕ ਨਹੀਂ ਸੀ ਹੈ। ਉਹ ਕਿੰਨੇ ਪਹੁੰਚਾਈ ਤੇਰੇ ਘਰ? ਯਾਦ ਕਰ ਉਹ ਵਕਤ, ਮਾਜ਼ੀ ਯਾਦ ਰੱਖ। ਤੈਨੂੰ ਮੇਰਾ ਆਸਾਨ ਲੱਗਦਾ ਭੁੱਲ ਗਿਆ ਵਾ। ਅਬਾਸ, ਕੀ ਗੱਲ ਮੈਨੂੰ ਬੁਲਾਇਆ ਸੀ? ਆਹੋ ਮੈਂ ਤੈਨੂੰ ਬੁਲਾਇਆ ਸੀਗਾ, ਤੇਰੇ ਮੈਂ ਸਾਰੇ ਪੈਸੇ ਤੈਨੂੰ ਮੋੜ ਦਿੱਤੇ, ਠੀਕ ਹੋ ਗਿਆ। ਤੂੰ ਲੋਕਾਂ ਅੱਗੇ ਮੈਨੂੰ ਫੇਰ ਵੀ ਫੰਡਦਾ ਫਿਰਦਾ ਕਿ ਮੈਂ ਤੇਰੇ ਪੈਸੇ ਦੇਣੇ ਆ, ਜਦੋਂ ਮੈਂ ਤੇਰਾ ਆਸਾਨ ਲਾ ਦਿੱਤਾ ਫਿਰ ਤੂੰ ਮੈਨੂੰ ਮਾਸ਼ਰੇ 'ਚ ਜ਼ਲੀਲ ਕਿਉਂ ਕਰਨ ਦਿਆਂ ਵਾ? ਓਏ ਤੂੰ ਗੱਲ ਕਿਸ ਤਰ੍ਹਾਂ ਕਰਨ ਡਿਆ ਮੇਰੇ ਨਾਲ? ਉਹ ਭਾਈ, ਉਹ ਭੁੱਲ ਗਿਆ ਵਕਤ ਜਦੋਂ ਤੂੰ ਮੇਰੇ ਘਰ ਆ ਕੇ ਹੱਥ ਜੋੜੇ ਸੀ, ਪੈਰਾਂ 'ਚ ਆ ਕੇ ਬੈਠਾ ਸੀ, ਯਾਦ ਕਰ ਉਹ ਵਕਤ। ਉਹ ਵਕਤ ਮੈਨੂੰ ਯਾਦ ਆ, ਤੂੰ ਮੇਰੇ ਤੇ ਜਿਹੜਾ ਆਸਾਨ ਕੀਤਾ ਸੀ ਨਾ, ਮੈਂ ਤੈਨੂੰ ਮੋੜ ਦਿੱਤੇ ਆ, ਤੇ ਲਿਹਾਜ਼ਾ ਮੇਰਾ ਭਰਾ ਮੈਨੂੰ ਨਾ ਹੁਣ ਮਾਸ਼ਰੇ ਦੇ ਵਿੱਚ ਬਦਨਾਮ ਕਰਨਾ ਬੰਦ ਕਰ। ਤੂੰ ਮੇਰੇ ਤੇ ਆਸਾਨ ਕੀਤਾ ਨਾ ਤੇ ਉਹਨੂੰ ਆਸਾਨ ਰਹਿਣ ਦੇ ਮੇਰਾ ਭਰਾ, ਹੁਣ ਨਾ ਮੈਂ ਕਿਤੋਂ ਸ਼ਿਕਾਇਤ ਸੁਣਾ ਕੇ ਤੂੰ ਮੈਨੂੰ ਤੰਗ ਕਰ ਰਿਹਾ। ਚੱਲ ਇਥੋਂ ਨਿਕਲ, ਏਡਾ ਫੰਨੇ ਖਾਂ ਅੱਜ ਪੈਸਾ ਆ ਗਿਆ ਤੇ ਉਹ ਕਾਤੋਂ ਬਿਮਾਰ ਹੋ ਗਿਆ। ਵਾਹ, ਸਿਆਣਿਆਂ ਨੇ ਸਹੀ ਕਿਹਾ, ਨੇਕੀ ਕਰ ਤੇ ਦਰਿਆ 'ਚ ਡਾਲ। ਵਾਹ, ਅਹਿਸਾਨ ਕੀਤਾ ਤੇ ਅੱਜ ਮੇਰੇ ਹੀ ਹੱਥ 'ਚ ਪੈਣ ਡਿਆ। ਵਾਹ ਬਈ ਵਾਹ, ਕੀ ਦੌਰ ਆ ਗਿਆ। अस्सलाम वालेकुम शामिर भाई। ਵਾਲੇਕਮ ਸਲਾਮ। ਕੀ ਗੱਲ, ਕੱਲ ਦਾ ਫੋਨ ਨਹੀਂ ਸੁਣਨ ਦੇ? ਮੈਂ ਬੜਾ ਪਰੇਸ਼ਾਨ ਸੀ ਕਿ ਭਰਾ ਫੋਨ ਨਹੀਂ ਸੁਣਨ ਦੇ। ਤੂੰ ਇਸ ਕਾਬਲ ਹੀ ਨਹੀਂ ਹੈ ਮੈਂ ਤੇਰਾ ਫੋਨ ਸੁਣਾ। ਅਹਿਸਾਨ ਫਰਮੋਸ਼ ਬੰਦਾ ਤੂੰ ਨਹੀਂ ਇਸ ਕਾਬਲ ਹੈਗਾ। ਅੱਜ ਤੋਂ ਬਾਅਦ ਨਾ ਮੈਨੂੰ ਬੁਲਾਵੀਂ। ਆਇਆ ਫੋਨ ਨਹੀਂ ਸੁਣਦੇ ਮੇਰੇ, ਭੁੱਲ ਗਿਆ ਮੇਰਾ ਅਹਿਸਾਨ। ਚੁੱਪ ਕਰ ਜਾ, ਭਾਈ ਨਾ ਆਗੇ ਕੋਈ ਗੱਲ ਨਾ ਕਰੀ ਹੁਣ। अस्सलाम वालेकुम। की गल है छोटे, अज दोनों बड़ी उच्ची आवाज च गल कर रहे हैं, तुसी ते दोनों बड़े अच्छे दोस्त सी। वालेकुम अस्सलाम। बस कोई गल नहीं, बस वैसे ही बैठे सी, आपस में गलबात कर रहे सी। मैं तुहाडी सारी गल सुन के आया ते तुहानू दोनों नू अज एक मैं गल समझानी चाह रहा। तू भी छोटा भरा है, जिस तरह शामिर मेरा छोटा भरा है, तू भी छोटा भरा। मैं तुहाडी सारी गल सुन ली, लोगों को भी पता लग गया मैनू कि तुहाडा बहस मुबाहिसा हो रहा। जिहड़ा बंदा एहसान करे, जिन्ना मर्जी तलख बोले, अपने लहजे च हमेशा नरमी रखो ताकि अगले दा ज़रफ ओहदे नाल तुहाडे ज़रफ तो मुतासर हो के भी
ਉਹ ਤੁਹਾਨੂੰ ਯਾਦ ਕਰੇ, ਤੁਹਾਡੇ ਅੱਗੇ ਆਪ ਸ਼ਰਮਿੰਦਾ ਹੋਵੇ। ਤੇ ਸ਼ਾਮਿਰ ਮੇਰੇ ਛੋਟੇ ਭਾਈ, ਮੈਂ ਤੈਨੂੰ ਇੱਕ ਗੱਲ ਸਮਝਾਣੀ ਚਾਹਨਾ। ਜੀ ਭਾਈ। ਜਿਸ ਤਰ੍ਹਾਂ ਤੂੰ ਸ਼ੋਰ ਕਰਕੇ ਇਨਸਲਟ ਕੀਤੀ ਹੈ ਪਿਆਰੇ ਆਕਾ ਦੋ ਆਲਮ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨੇ ਵਾਲੀ ਸ਼ਾਨ ਹੈ ਕਿ 3 ਬੰਦਿਆਂ ਨਾਲ ਕਿਆਮਤ ਦੇ ਦਿਨ ਅੱਲਾਹ ਪਾਕ ਸਖਤ ਨਾਰਾਜ਼ ਹੋਏਗਾ, ਜਿਹਦੇ ਚ ਸਭ ਤੋਂ ਪਹਿਲੇ ਉਹ ਬੰਦਾ ਹੈ ਕਿ ਜਿਹੜਾ ਇਹਸਾਨ ਕਰੇ ਤੇ ਜਿਤਲਾਵੇ ਜ਼ਿਆਦਾ। ਤੂੰ ਹਰ ਬੰਦੇ ਨੂੰ ਦੱਸ ਰਿਹਾ, ਠੀਕ ਹੈ, ਅੱਲਾਹ ਪਾਕ ਦੀ ਇਸਤਤਾਅਤ ਦਿੱਤੀ ਹੋਈ ਸੀ ਤੇ ਥੋੜੀ ਜੀ ਤਰਬੀਅਤ ਸਾਡੇ ਵਾਲਿदैन ਦੀ ਸੀ ਕਿ ਤੂੰ ਦੋਸਤ ਦੇ ਦਰਦ ਨੂੰ ਦਰਦ ਸਮਝਿਆ, ਮਗਰ ਬੇਟਾ ਜਿਸ ਤਰ੍ਹਾਂ ਤੂੰ ਉਹਨੂੰ ਮਾਸ਼ਰੇ 'ਚ ਜ਼ਲੀਲ ਕਰ ਰਿਹਾ, ਇਹ ਤੈਨੂੰ ਸ਼ੈਤਾਨ ਨੇ ਭੜਕਾਇਆ। ਬੇਟਾ ਸ਼ੈਤਾਨ ਦੇ ਪਿੱਛੇ ਨਹੀਂ ਕਦੀ ਲੱਗਣਾ, ਹਮੇਸ਼ਾ ਰਹਿਮਾਨ ਦੀ ਪੈਰਵਾਈ ਕਰਨੀ, ਜਿਹੜਾ ਅੱਲਾਹ ਪਾਕ ਸਭ ਨੂੰ ਰਿਜ਼ਕ ਦੇ ਰਿਹਾ ਹੈ। ਇਸ ਤਾਂ ਸ਼ਰਮਾਂ ਦਾ ਮਾਲਿਕ ਹੈ, ਉਹ ਗਫੂਰੋ ਰਹੀਮ ਹੈ ਤੇ ਜੱਬਾਰੋ ਕਹਾਰ ਵੀ ਬਣ ਜਾਂਦਾ ਹੈ ਜੇ ਨਾ ਫਰਮਾਨੀ ਕਰੀਏ। ਤੁਸੀਂ ਦੋਨੋਂ ਉਠੋ, ਦੋਨੋਂ ਭਰਾ ਇੱਕ ਦੂਸਰੇ को सॉरी करो ਤੇ ਮਾਫੀ ਮੰਗੋ ਇੱਕ ਦੂਸਰੇ को। आई समझ? उठो जल्दी। ਮੈਨੂੰ ਮਾਫ ਕਰ ਦੇ ਯਾਰ, ਮੇਰੇ ਕੋਲ ਗਲਤੀ ਹੋ ਗਈ। ਨਹੀਂ ਨਹੀਂ ਸ਼ਾਮਿਰ ਭਾਈ, ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਵੀ ਗਲਤੀ ਹੋ ਗਈ। ਹਮੇਸ਼ਾ ਇੱਕ ਦੂਸਰੇ ਦੇ ਭਰਾ ਬਣ ਕੇ ਰਹੋ ਤੇ ਦੁੱਖ ਸੁੱਖ ਇੱਕ ਦੂਸਰੇ ਦੇ ਕੰਮ ਆਓ। ਇਹਦਾ ਨਾਮ ਹੀ ਇਸਲਾਮ ਹੈ, ਇਹਦਾ ਨਾਮ ਹੀ ਇਨਸਾਨੀਅਤ ਹੈ। ਤੇ ਜੇ ਵੀਡੀਓ ਅੱਛੀ ਲੱਗੀ ਹੈ, ਅਸੀਂ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ। ਮੈਸੇਜ ਅੱਛਾ ਲੱਗਿਆ ਤੇ ਦੋਸਤਾਂ ਤੱਕ ਇਹਨੂੰ ਸ਼ੇਅਰ ਕਰੋ ਤੇ ਸਾਡਾ ਚੈਨਲ ਫਾਲੋ ਕਰ ਲਓ। ਅੱਲਾਹ ਹਾਫਿਜ਼।